ਵੱਖਰਾ ਨਹੀਂ ਹੈ, ਸਭ ਨੇ ਘਟੀ ਸੌ ਵਸੈ। ਜਿਗਿਆਸੂਆਂ ਦੇ ਅੰਦਰ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਆਪ ਹੀ ਜਿਗਿਆਸੂ ਰੂਪ ਹੋ ਕਰਕੇ ਜਾਚਕ ਬਣ ਕੇ ਉਪਦੇਸ਼ ਲੈਂਦਾ ਹੈ, ਆਪ ਹੀ ਗਿਆਨਵਾਨ ਹੋ ਕੇ ਅਵਤਾਰ ਧਾਰ ਕੇ ਉਪਦੇਸ਼ ਦਿੰਦਾ ਹੈ। ਇਹ ਗੁਰੂ ਘਰ ਦੀ ਦ੍ਰਿੜਤਾ ਧਾਰਨ ਸਿੱਖਿਆ ਧਾਰਨ ਵਾਲੀ ਹੈ। ਸੋ ਪ੍ਰੇਮੀਓ, ਅੱਜ ਅਮਾਵਸ ਦਾ ਵੀ ਪੁਰਬ ਹੈ ਮੱਸਿਆ ਦਾ। ਅੱਜ ਦੇ ਦਿਨ ਦੀਪਮਾਲਾ ਭਾਵੇਂ ਜਿਹੜੇ ਦੁਆਇਸ਼ ਆਜ਼ਾਦੀ ਲੋਕ ਨੇ, ਜਿਹਦੇ ਅੰਦਰ ਦੁਆਇਸ਼ ਦੀ ਬਦਬੂ ਹੈ, ਉਹ ਛੇਵੇਂ ਪਾਤਸ਼ਾਹ ਦਾ ਨਾਮ ਰਹਿ ਰਹੇ ਆ, ਰਾਮਚੰਦਰ ਹਾਜ਼ਕਾਂ ਦਾ ਨਾਮ ਨਹੀਂ ਲੈਂਦੇ ਹਨ। ਜਿਨ੍ਹਾਂ ਦੇ ਅੰਦਰ ਦੁਆਇਸ਼ ਹੈ, ਜਿੱਥੇ ਕਿਤੇ ਗੰਦਗੀ ਪਈ ਹੈ, ਜਿੰਨਾ ਚਿਰ ਗੰਦਗੀ ਨਹੀਂ ਚੱਕ ਹੁੰਦੀ ਉਹਨਾਂ ਚਿਰ ਬਦਬੂ ਨਹੀਂ ਜਾਂਦੀ ਹੈ। ਜਿੰਨਾ ਚਿਰ ਦੁਆਇਸ਼ ਹੈ ਉਹਨਾਂ ਚਿਰ ਕਦੇ ਗੁਰਸਿੱਖੋ ਸ਼ਾਂਤੀ ਨਹੀਂ ਆਵੇਗੀ। ਅੱਗੇ ਲੋਕ ਜਿਵੇਂ ਹੁਣ ਆਪਾਂ ਭਾਵਨਾ ਭਜਨ ਕਰਨ ਵਾਲਿਆਂ 'ਤੇ ਰੱਖਦੇ ਹਾਂ, ਬ੍ਰਾਹਮਣਾਂ 'ਤੇ ਰੱਖਦੇ। ਬ੍ਰਾਹਮਣ ਉੱਚੇ ਵਿਚਾਰਾਂ ਵਾਲੇ ਸੀ, ਖੱਟ ਕਰਮੀ ਲੋਕ ਸੀ, ਸੰਤੋਖੀ ਸਨ। ਐਸੇ ਲੋਕਾਂ ਦੀ ਆਗਿਆ 'ਚ ਲੋਕ ਆਪਣਾ ਜੀਵਨ ਬਤੀਤ ਕਰਦੇ ਸੀ। ਪਿੰਡ ਦਾ ਅੱਗੇ ਖੂਹ ਸਾਂਝਾ ਹੀ ਹੁੰਦਾ ਸੀ ਪਾਣੀ ਲੈਣ ਵਾਲਾ। ਬਿੱਲੀ ਡਿੱਗ ਪਈ, ਪਾਣੀ ਮੁਸ਼ਕ ਗਿਆ। ਸਾਰੇ ਲੋਕ ਦਾਦਾ ਜੀ ਸਾਰੇ ਪਾਣੀ ਭਰਦੇ ਆ, ਪਾਣੀ ਮੁਸ਼ਕਿਆ ਕਿੱਧਰ ਨੂੰ ਜਾਈਏ। ਦਾਦਾ ਸੋਚਦਾ ਵੀ ਪਾਣੀ ਖੂਹ ਦਾ ਕਿਵੇਂ ਮੁਸ਼ਕ ਗਿਆ। ਜਿਸ ਵੇਲੇ ਗਿਆ ਤਾਂ ਵਿੱਚ ਕੁੜਕੁੱਡੇ ਵਰਗੀ ਹੋਈ ਬਿੱਲੀ ਤਰਦੀ ਫਿਰੇ ਵਿੱਚ। ਉਸ ਵੇਲੇ ਕਹਿੰਦਾ ਵੀ ਆਓ ਨਗਰ ਵਾਸੀਓ, ਉਹ ਬਿੱਲੀ ਕੱਢ ਦਿਓ, ਉਦੋਂ ਬਾਅਦ 100 ਡੋਲ ਪਾਣੀ ਦਾ ਕੱਢਿਓ, ਫਿਰ ਸੁਗੰਧੀ ਵਾਲਾ ਪਾਣੀ ਆਵੇਗਾ। ਉਹ ਬਿੱਲੀ ਕੱਢਣੀ ਭੁੱਲ ਗਏ ਸਾਰੇ ਲੋਕ ਕਾਹਲੀ ਵਿੱਚ। ਪਾਣੀ 100 ਡੋਲ ਦਾ ਵੀ 200-300 ਡੋਲ ਕੱਢ ਮਾਰਿਆ। ਉਦੋਂ ਬਾਅਦ ਪਾਣੀ ਮੁਸ਼ਕੋਂ ਫਟਿਆ ਹੀ ਨਹੀਂ। ਫਿਰ ਗਏ ਦਾਦਾ ਜੀ, ਤੂੰ ਸਾਡਾ ਹੁਕਮ ਮੰਨਿਆ ਸੀ ਤਾਂ ਦੂਣਾ ਮੰਨਿਆ, ਪਾਣੀ ਦੇ ਮੁਸ਼ਕ ਨਹੀਂ ਗਿਆ। ਹੈਰਾਨ ਦਾਦਾ ਵੀ ਹੈਰਾਨ ਆ, ਗੱਲ ਕੀ ਹੈ। ਜਦ ਦੇਖਿਆ ਤਾਂ ਬਿੱਲੀ ਉਵੇਂ ਜਿਵੇਂ ਤਰਦੀ ਫਿਰੇ। ਕਹਿੰਦੇ ਭਾਈ ਤੁਹਾਨੂੰ ਕਿਹਾ ਸੀ? ਉਹ ਕਹਿੰਦੇ ਜੀ ਸਾਨੂੰ ਉਹਦਾ ਤਾਂ ਚੇਤਾ ਨਹੀਂ ਰਿਹਾ। ਜਦੋਂ ਬਿੱਲੀ ਕਢਾਈ ਫਿਰ ਥੋੜ੍ਹੇ ਜਿਹੇ ਦੌਰ ਕੱਢਣ ਦੀ ਲੋੜ ਸੀ, ਜਦ ਹੀ ਪਾਣੀ ਸਵੱਛ ਹੋ ਗਿਆ। ਇਹ ਦ੍ਰਿਸ਼ਟਾਂਤ ਹੈ। ਹੁਣ ਲੋਕ ਦਾਸ ਦ੍ਰਿਸ਼ਟਾਂਤ ਜਿਹਨੂੰ ਬੋਲਦੇ ਹੈ। ਜਿਸ ਉਪਦੇਸ਼ ਦੇ ਉੱਤੇ ਦ੍ਰਿਸ਼ਟਾਂਤ ਦਿੱਤਾ ਜਾਵੇ ਉਹਨੂੰ ਦਾਸ ਦ੍ਰਿਸ਼ਟਾਂਤ। ਇਸੇ ਤਰ੍ਹਾਂ ਜਿੰਨਾ ਚਿਰ ਦੁਆਇਸ਼ ਮਰੀ ਹੋਈ ਬਿੱਲੀ ਸਾਡੇ ਅੰਦਰ ਹੈ ਨਾ, ਉਹਨਾਂ ਚਿਰ ਗੁਰਸਿੱਖੋ ਹਿਰਦਾ ਤਾਂ ਆਪਣਾ ਉਜੜ ਜਲ ਵਰਗਾ ਹੈ। ਜਿਨ੍ਹਾਂ ਗੁਰਸਿੱਖਾਂ ਦੇ ਅੰਦਰ ਬਾਣੀ ਚੇਤੇ ਹੈ, ਖੂਹ ਦੇ ਜਲ ਨਾਲੋਂ ਵੀ ਉਹ ਤਾਂ ਉਹਨਾਂ ਦਾ ਹਿਰਦਾ ਪਵਿੱਤਰ ਹੈ। ਲੇਕਿਨ ਜਿੰਨਾ ਚਿਰ ਖੂਹ 'ਚ ਬਿੱਲੀ ਸੀ, ਉਹਨੇ ਪਾਣੀ ਨੂੰ ਵੀ ਖਰਾਬ ਕਰ ਦਿੱਤਾ। ਜਿੰਨਾ ਚਿਰ ਸਾਡੇ ਅੰਦਰ ਦੁਆਇਸ਼ ਹੈ, ਦੁਆਇਸ਼ ਨੂੰ ਕੱਢਣ ਵਾਸਤੇ ਸਭ ਤੋਂ ਵੱਡੀ ਜੁਗਤੀ ਇਹ ਹੈ, ਅੱਜ ਦੀ ਹਵਾ ਦੇ ਅੰਦਰ ਕੋਈ ਸਿੱਖ ਮੁਕਰਦਾ ਨਹੀਂ ਕਿ ਅਸੀਂ ਅਕਾਲ ਪੁਰਖ ਦੇ ਉਪਾਸਕ ਨਹੀਂ ਹਾਂ। ਲੇਕਿਨ ਅਕਾਲ ਪੁਰਖ ਵਾਹਿਗੁਰੂ ਰਹਿੰਦਾ ਕਿੱਥੇ ਹੈ? ਮੱਕੇ 'ਚ ਰਹਿੰਦਾ ਜਾਂ ਹਰਿਦੁਆਰ ਕਾਂਸ਼ੀ 'ਚ ਰਹਿੰਦਾ। ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਵੱਡ ਹੈ ਨਾ ਘਾਟ ਵੱਡ। ਸਭ ਹੈ ਕਰ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਇੱਕ ਮਾਟੀ ਕੁੰਚਰ ਚੀਟੀ ਭੰਜ ਨ ਹਵੋ ਨਾ ਰੇ। ਅਸਾਵਰ ਜੰਗਮ ਕੀਟ ਪਤੰਗੂ ਘਟ ਕਰ ਰਾਮ ਸਮਾਨਾ ਰੇ। ਫਿਰ ਦੁਆਇਸ਼ ਕਿੱਥੇ ਗਈ? ਸੋ ਇਸ ਦੁਆਇਸ਼ ਨੂੰ ਕੱਢਣਾ ਬਹੁਤ ਹੀ ਔਖਾ ਹੈ। ਘਰਾਂ ਦੇ ਅੰਦਰ ਦੁਆਇਸ਼ ਕਰਨ ਲੱਗ ਜੇ ਕੜਵਾਟ ਪੈ ਜਾਂਦਾ।
ਇਸ ਕਰਕੇ ਉਹ ਵਾਹਿਗੁਰੂ ਦੇ ਹੁਕਮ ਨਾਲ ਹੀ ਤ੍ਰੇਤੇ ਦੇ ਅੰਦਰ ਰਾਮਚੰਦਰ ਭਗਵਾਨ ਜੀ ਹੋਏ। ਤ੍ਰੇਤੇ ਤੇ ਮਾਣਿਓ ਰਾਮ ਰਘੁਵੰਸ਼ ਕਹਾਇਓ। ਆਪਾਂ ਨੂੰ ਗੁਰਬਾਣੀ ਦਾ ਆਸਰਾ ਅੰਨਿਆਂ ਨੂੰ, ਜੋ ਗੁਰਬਾਣੀ 'ਚ ਲਿਖਿਆ ਹੋਇਆ ਉਸ ਨੂੰ ਸੱਤ ਹੈ, ਸੱਤ ਹੈ, ਸੱਤ। ਰਘੁਵੰਸ਼ ਤਿਲਕ ਸੁੰਦਰ ਦਸਰਥ ਘਰ, ਮਨ ਬੰਛੈ ਜਾ ਕੀ ਸਰਣ। ਗੁਰੂ ਰਾਮਦਾਸ ਤਾਰਨ ਧਰਨ। ਕੌਣ ਨੇ ਗੁਰੂ ਰਾਮਦਾਸ ਜੀ? ਉਹ ਬੰਸ ਸੂਰਜ ਬੰਸੀ ਖਾਨਦਾਨ ਚਲੇ ਆ ਰਿਹਾ, ਜਿਹੜਾ ਤਿਲਕ ਸਮੁੰਦਰ ਬੜਾ ਸਮਰੋਮਣੀ ਰਾਗੂ ਰਾਜੇ ਵਰਗੇ ਤਪੱਸੀ ਤੇ ਰਾਜ ਕਰਦੇ ਪਏ, ਉਹਨਾਂ ਦੀ ਬੰਸਾ, ਉਹਨਾਂ ਦੀ ਬੰਸ ਹੀ ਲਹੂ ਕੁਸ਼ੀ ਨੇ ਲਾਹੌਰ ਆਦਿਕ ਬੰਨਿਆ। ਉੱਥੇ ਗੁਰੂ ਰਾਮਦਾਸ ਜੀ ਨੇ ਅਵਤਾਰ ਧਾਰਿਆ। ਕਿੱਥੇ ਦੁਆਇਸ਼ ਰਹੇਗੀ? ਸੋ ਅੱਜ ਦੇ ਦਿਨ ਰਾਮਚੰਦਰ ਭਗਵਾਨ ਜੀ, ਉਹ ਬ੍ਰਾਹਮਣ ਜਿਹੜੇ ਆਚਾਰਹੀਣਾ ਸੀ, ਰੌਣ ਦੇ ਹੰਕਾਰ ਨੂੰ ਨਿਵਰਤ ਕਰਕੇ, ਉਹਨੂੰ ਮੁਕਤ ਕਰਕੇ, ਵਿਭੀਸ਼ਣ ਨੂੰ ਭਗਤੀ ਵਾਲੇ ਨੂੰ ਰਾਜ ਦੇ ਕੇ ਆਪ ਨੇ ਅਯੁੱਧਿਆ ਆਉਣਾ ਕੀਤਾ ਹੈ। ਸੰਗਤਾਂ ਨੇ ਖੁਸ਼ੀਆਂ ਮਨਾਈਆਂ। ਉਹ ਕੌਣ ਨੇ? ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਭਗਤ ਨੇਤ, ਸੁਰਗਵਾਸ ਸਰਵਰ ਕਰਾ, ਸਗਰੀ ਪੁਰੀ ਸਮੇਤ, ਰੋਜ਼ ਰਹਿ ਰਾਤ ਪੜ੍ਹਦੇ। ਰਾਮਚੰਦਰ ਜੀ ਕਥਾ ਜੁਗੋ ਜੁਗ, ਜੋ ਇਹ ਕਥਾ ਸੁਨਿਆ ਅਰ ਗਾਵੈ, ਦੁਖ ਪਾਪ ਤੇ ਨਿਕਟ ਨਾ ਆਵੈ। ਵਿਸ਼ਨ ਭਗਤ ਕੀਏ ਫਲ ਹੋਈ, ਆਦ ਵਿਆਦ ਸ਼ਵਸ ਆਦੀਆਂ ਵਿਆਦੀਆਂ, ਕੌਣ ਨਹੀਂ ਘਿਰਿਆ ਹੋਇਆ ਨਾ ਤਾਪਾਂ ਦੇ ਨਾਲ, ਛੋਹ ਛੇਵ ਨਹੀਂ ਥੱਕਣ ਗਈਆਂ। ਐਡਾ ਵੱਡਾ ਜਸ ਹੈ। ਅੱਜ ਦੇ ਦਿਨ ਕਿੱਥੇ ਤ੍ਰੇਤਾ ਯੁੱਗ, ਕਿੰਨੇ 43,20,000 ਸਾਲ ਦੀ ਚੌਂਕੜੀ ਹੈ। ਸਤਯੁਗ, ਦੁਆਪਰ, ਤ੍ਰੇਤਾ, ਕਲਯੁਗ, ਜਿਹਦੇ ਚੋਂ 17 ਲੱਖ ਸਾਲ ਤਕਰੀਬਨ ਕੁਝ ਸਤਯੁਗ ਦੀ ਉਮਰ ਹੈ। 12 ਲੱਖ ਸਾਲ ਤ੍ਰੇਤੇ ਦੀ ਹੈ, 8 ਦੁਆਪਰ ਦੀ ਹੈ, 4 ਕਲਯੁਗ। ਥੋੜੇ ਥੋੜੇ ਫਰਕ ਨਾਲ ਕਿੰਨੇ ਲੱਖ ਸਾਲ ਹੋ ਗਏ ਦੀਵਾਲੀ ਦਾ ਪੁਰਬ ਮਨਾਉਂਦਿਆਂ ਨੂੰ ਬਈ। ਇਹ ਚੱਲਿਆ ਆ ਰਿਹਾ। ਲੇਕਿਨ ਉਹੀ ਸਰੂਪ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ ਵਿੱਚ ਜਹਾਂਗੀਰ ਬਾਦਸ਼ਾਹ ਦੇ ਬੇਨਤੀ ਕਰਨ ਤੋਂ, ਮਹਾਰਾਜ ਮੇਰੇ ਤੇ ਸਾੜ ਸਤੀ ਆਈ ਹੈ। ਈਰਖਾ ਕੀਤੀ ਚੰਦੂ ਨੇ ਕਿ ਗੁਰੂ ਅਰਜਨ ਦੇਵ ਜੀ ਨੂੰ ਤਾਂ ਮੈਂ ਸ਼ਹੀਦ ਕਰ ਦਿੱਤਾ, ਉਹਨਾਂ ਦਾ ਸਾਹਿਬਜ਼ਾਦਾ ਵੀ ਮੈਂ ਅੰਦਰ ਕੈਦ ਕਰਾ ਲਿਆ। ਗਵਾਲੀਅਰ ਦੇ ਵਿੱਚ ਉਹ ਕਿਲ੍ਹਾ ਹੈ ਜਿੱਥੇ ਦਿੱਲੀ ਦੇ ਤਖਤ ਤੋਂ ਜਿਹੜੇ ਉਲਟ ਕੋਈ ਵਪਰਜੇ ਲੋਕ ਹੁੰਦੇ, ਉਹਨਾਂ ਨੂੰ ਕੈਦ ਕੀਤਾ ਜਾਂਦਾ ਸੀ। 52 ਰਾਜੇ ਰਾਜਪੂਤ ਸੂਰਮੇ ਮੁਸਲਮਾਨਾਂ ਨੇ ਕੈਦ ਕੀਤੇ ਹੋਏ। ਕੌਣ ਛਡਾਵੇ ਉਹਨਾਂ ਨੂੰ? ਸੱਚੇ ਪਾਤਸ਼ਾਹ ਨੇ ਕਢਾਇਆ। ਇਹ ਕੋਈ ਜ਼ਰੂਰੀ ਨਹੀਂ ਵੀ ਉਹ ਦੀਵਾਲੀ ਦਿਨ ਆਏ ਮਹਾਰਾਜ। ਦੀਵਾਲੀ ਜ਼ਰੂਰ ਮਨਾਈ ਹੈ, ਖੁਸ਼ੀਆਂ ਮਨਾਈਆਂ। ਮਹਾਰਾਜ ਕਿਵੇਂ ਆਏ? ਚੰਦੂ ਨੂੰ ਨਕੇਰ ਪਾ ਕੇ ਲਿਆਏ ਦਿੱਲੀ ਤੋਂ, ਛਿੱਤਰ ਪਹਿਨਦੇ ਆਏ, ਤਰਨਤਾਰਨ ਸਾਹਿਬ ਆ ਕੇ ਆਸਣ ਲਾਏ। ਉੱਥੇ ਛੇਵੇਂ ਪਾਤਸ਼ਾਹ ਸਰੋਵਰ ਦੇ ਕਿਨਾਰੇ, ਉੱਥੋਂ ਲਾਹੌਰ ਪਹੁੰਚ ਕੇ ਬੇਈਮਾਨ ਦੀ ਮੌਤ ਹੋਈ। ਉੱਥੇ ਜਿਹੜੇ ਕੜਛੇ ਨਾਲ ਪੰਜਵੇਂ ਪਾਤਸ਼ਾਹ ਦੇ ਸੀਸ ਵਿੱਚ ਰੇਤਾ ਪਵਾਉਂਦਾ ਸੀ ਨਾ, ਭਠਿਆਰੇ ਤੋਂ ਗਰਮ ਗਰਮ, ਉਹ ਭਠਿਆਰੇ ਨੇ ਜਦੋਂ ਬੋਲਦੀ ਉਹਦੇ ਲੰਘਣ ਲੱਗੇ ਉਹਦੀ ਭੱਠ ਦੇ, ਉਹਨੇ ਹੌਕੇ ਦੇ ਨਾਲ ਉਹੀ ਕੜਛਾ ਪਾਪੀ ਆਏ ਮੇਰੇ ਕੋਲ ਹੋਈ ਤਾਂ ਪਾਪ ਕਰਵਾਇਆ, ਸਿਰ 'ਚ ਮਾਰ ਕੇ ਮਾਰਤਾ ਸੀ ਚੰਦੂ। ਉਸ ਤੋਂ ਬਾਅਦ ਮਹਾਰਾਜ ਮਾਤਾ ਗੰਗਾ ਜੀ ਉਡੀਕ ਰਹੀ, ਜਿਵੇਂ ਅੱਜ ਕੁਸੱਲਿਆ ਉਡੀਕਦੀ ਸੀ ਕਿ ਮੇਰਾ ਪੁੱਤਰ ਬਨਵਾਸ ਗਿਆ ਹੋਇਆ ਕਦੋਂ ਆਊਗਾ। ਭਾਵੇਂ ਮਾਤਾ ਪਿਤਾ ਦੋਨੋਂ ਵਿਰਸੇਦਾਰ ਨੇ ਆਪਣੇ, ਲੇਕਿਨ ਮਾਤਾ ਦਾ ਪ੍ਰੇਮ ਪਿਤਾ ਨਾਲੋਂ ਅਧਿਕ ਹੋਇਆ। ਲੇਕਿਨ ਮਾਤਾ ਗੰਗਾ ਜੀ ਨੇ
ਉਸ ਵੇਲੇ ਦੀਵਾਲੀ ਵਾਂਗੂ ਪੁਰਬ ਮਨਾਇਆ ਸੀ। ਆਪਣੇ ਅੱਜ ਕੱਲ੍ਹ ਦੇ ਜਿਹੜੇ ਲੋਕ ਨੇ ਇਹਨਾਂ ਨੇ ਉਹੀ ਦਿਨ ਵੀ ਇਹ ਦਿਨ ਹੀ ਆਏ ਨੇ, ਕੋਈ ਵੀ ਕਿਤੇ ਇਹ ਮਿਸਾਲ ਨਹੀਂ ਹੈ। ਸੋ ਰੋ ਵਿਚਾਰ ਸਾਰੇ ਦਿਨ ਹੀ ਪਰਮੇਸ਼ਰ ਦੇ ਨੇ, ਜੇ ਉਹ ਵੀ ਮਨਾ ਲਿਆ ਉਹ ਵੀ ਫਲੀਭੂਤ ਹੈ, ਦੁਆਇਸ਼ 'ਚ ਨਹੀਂ ਪੈਣਾ ਹੈ। ਸੋ ਲੇਕਿਨ ਇਹ ਜਿਹੜੀ ਦੀਵਾਲੀ ਦਾ ਪੁਰਬ ਸੀ, 6ਵੇਂ ਪਾਤਸ਼ਾਹ ਤੋਂ ਭਾਈ ਕਲਯੁਗ ਹੋਏ ਗੁਰੂ ਨਾਨਕ ਦੇਵ ਜੀ, ਕਲਯੁਗ ਉਧਾਰਿਆ ਗੁਰਦੇਵ, ਮਨ ਮੂਡ ਜੇ ਮੁਗਧ ਹੋਤੇ ਸਭ ਲੱਗੇ ਤੇਰੀ ਸੇਵ। ਇਹ ਪੁਰਬ ਤੋਂ ਤ੍ਰੇਤੇ ਤੋਂ ਚਲਿਆ ਆ ਰਿਹਾ ਹੈ ਬਈ। ਸੋ ਆਪ ਜੀ ਜਿਸ ਪ੍ਰਕਾਰ ਇੱਥੇ ਆਏ ਹੈ, ਥਿੱਤੀ ਗੌੜੀ ਦੁਆਰਾ, ਅੱਗੇ ਵੀ ਗਾਹਾਂ ਦੂਸਰੇ ਰਾਗਾਂ 'ਚ ਥਿੱਤੀ ਦੁਆਰਾ ਉਪਦੇਸ਼ ਮਹਾਰਾਜ ਜੀ ਨੇ ਦਿੱਤਾ ਹੈ। ਭਗਤ ਕਬੀਰ ਜੀ ਵੀ ਥਿੱਤੀ ਗੌੜੀ ਚਾਲਨ ਕੀਤੀ। ਇਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਸਾਂਝਾ ਉਪਦੇਸ਼ ਹੈ, ਨਾਲੇ ਕੱਲੀ ਕੱਲੀ ਥਿੱਤ ਉਪਦੇਸ਼ ਦਿੱਤਾ ਹੋਇਆ ਮਹਾਰਾਜ। ਪੂਰਨਮਾਸ਼ੀ ਦੀ ਪੌੜੀ ਦੁਆਰਾ ਵੀ ਹੈ, ਪੂਰਨਮਾ ਪੂਰਨ ਪ੍ਰਭ ਏਕ। ਲੇਕਿਨ ਅੱਜ ਅਮਾਵਸ ਦਾ ਪੁਰਬ ਹੈ, ਅੱਜ ਉਹ ਮਹਾਂਵਾਕ ਆਇਆ ਹੈ। ਇਹ ਬੱਚਿਆਂ ਦੇ ਜਨਾਇਕ ਸ਼ਬਦ ਦਾ ਆਇਆ ਹੈ। ਆਓ ਆਪਾਂ ਬੱਚਿਆਂ ਨੂੰ ਉਜਾਗਰ ਕਰੀਏ, ਵਿਚਾਰੀਏ ਮਹਾਰਾਜ ਮੱਸਿਆ ਦੁਆਰਾ ਗੁਰੂ ਅਰਜਨ ਦੇਵ ਜੀ ਕੀ ਉਪਦੇਸ਼ ਦਿੰਦੇ ਹੈ। ਵਾਹਿਗੁਰੂ ਜੀ ਸ਼ਲੋਕ ਆਤਮ ਜੀਤਾ ਗੁਰਮਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਸੰਗੀਓ, ਆਤਮ ਆਪਣੇ ਸਰੂਪ ਦਾ ਨਾਮ ਵੀ ਹੈ, ਆਤਮ ਮਨ ਦਾ ਨਾਮ ਵੀ ਹੈ। ਆਤਮਾ ਸਰੀਰ ਦਾ ਨਾਮ ਵੀ ਕਿਤੇ ਆਤਮ ਘਾਤੀ ਉਹਨੂੰ ਕਹਿੰਦੇ ਆ, ਉੱਥੇ ਸਰੀਰ ਦਾ ਬੋਧਕ ਵੀ ਹੈ। ਲੇਕਿਨ ਜਿੰਨਾ ਚਿਰ ਮਨ ਰਪ ਜੀਤੇ ਸਭ ਰਪ ਜੀਤਾ, ਮਨ ਰਪ ਜੀਤੇ ਸਭ ਰਪ ਜੀਤਾ, ਭਰਤਰੀ ਵਰਗਿਆਂ ਨੇ ਵੀ ਕਿਹਾ ਹੈ। ਉਹ ਪ੍ਰੇਮੀਓ ਬੁਲੰਦਵਾਜ ਨਾ, ਜਿਹਨੇ ਗੁਰੂ ਨਾਨਕ ਦੇਵ ਦੀ ਸ਼ਰਨ ਲੈ ਕੇ ਮੁਕਤੀ ਪ੍ਰਾਪਤ ਕੀਤੀ ਭਰਤਰੀ ਨੇ। ਜੇ ਮਨ ਜਿਉਂਦਾ ਹੈ ਨਾ ਤਾਂ ਸਾਰੇ ਦੁਸ਼ਮਣ ਜਿਉਂਦੇ ਆ। ਜੇ ਮਨ ਜਿੱਤ ਲਿਆ ਤਾਂ ਸਾਰੇ ਮਨ ਜੀਤੇ ਜਗ ਜੀਤ। ਲੇਕਿਨ ਮਨ ਨੂੰ ਕੋਈ ਜਿੱਤਦਾ ਵੀ ਦੇਖਿਆ? ਬਿਹਾਰ ਜਾਈਏ 10ਵੇਂ ਪਾਤਸ਼ਾਹ ਤੋਂ ਬਾਣੀ ਉਚਾਰੀ, ਹੇ ਗੁਰੂ ਕੇ ਖਾਲਸਾ ਜੀ, ਪਾਰਸਨਾਥ ਸ਼ਿਵ ਜੀ ਦਾ ਅਵਤਾਰ ਹੋਇਆ। ਬੜੇ ਸਾਧਨ ਕੀਤੇ, ਸਾਰੀ ਸ੍ਰਿਸ਼ਟੀ ਜਿੱਤ ਲਈ। ਇਹ ਪੁੱਛਦਾ ਉਸ ਵੇਲੇ ਆਪਦੇ ਸਭਾ ਦੇ ਵਿੱਚ ਕਿ ਮੈਂ ਕਿਹਨੂੰ ਨਹੀਂ ਜਿੱਤਿਆ। ਇਹ 10ਵੀਂ ਦੀ ਬਾਣੀ 'ਚ ਆਪਣੇ ਵਾਸਤੇ ਸਿੱਖਿਆ ਹੈ। ਉਸ ਵੇਲੇ ਹੱਥ ਜੋੜ ਕੇ ਸਿਆਣੇ ਬੰਦੇ ਨੇ ਕਿਹਾ, ਰਾਜਨ ਨਾਰਾਜ਼ਗੀ ਨਾ ਮੰਨੀ, ਮੈਂ ਦੱਸੂ ਕੌਣ ਤੈਨੂੰ ਦੱਸੇਗਾ ਕਿਹਨੂੰ ਨਹੀਂ ਜਿੱਤਿਆ। ਸਮੁੰਦਰ ਦੇ ਵਿੱਚ ਮਛੰਦਰ ਨਾਥ ਹੈ, ਉਹ ਤੈਨੂੰ ਦੱਸੇਗਾ ਵੀ ਤੂੰ ਕਿਹਨੂੰ ਨਹੀਂ ਜਿੱਤਿਆ। ਜਦੋਂ ਹੀ ਤਿਆਰੀ ਕਰ ਲਈ, ਜਾ ਕੇ ਇਹੋ ਜਿਹਾ ਮਹਾਬਲੀ ਸੀ, ਸਮੁੰਦਰ ਕੁੜਜਣੇ ਸ਼ੁਰੂ ਕਰ ਦਿੱਤੇ। 42 ਲੱਖ ਜੀ ਜਨਮ ਹੈ ਹੋਤੇ, ਬੀਠਨ ਕਹਿਰਾ ਕਾਇ ਕਰੋ, ਮੱਛੀਆਂ ਸਾਰੀਆਂ ਤੜਫ ਉੱਠੀਆਂ ਉਹ ਪਾਣੀ। ਉਸ ਵੇਲੇ ਸਮੁੰਦਰ ਨੇ ਆਵਾਜ਼ ਦਿੱਤੀ, ਅਧਿਆਖ ਦੇਵਤੇ ਨੇ, ਪਵਨ ਵਰਨ ਦੇਵਤੇ ਨੇ, ਹੇ ਰਾਜਨ, ਜਿਹੜੇ ਰਿਖੀ ਨੂੰ ਭਾਲਦਾ ਉਹ 7ਵੇਂ ਸਮੁੰਦਰ 'ਚ ਹੈ, ਦੁੱਧੇ ਸਮੁੰਦਰ। ਉੱਥੇ ਜਾ ਪਰੀ ਸਰਵ ਝੱਲ ਕੇ ਉਹ ਵਿਸ਼ੰਦਰ ਨਾਥ ਕੋਲੇ ਪਹੁੰਚ। ਫਿਰ ਭੇਤ ਕੀ ਦੱਸਿਆ ਵੀ ਜੇ ਤੂੰ ਉਸ ਦੇ ਸਾਹਮਣੇ ਆ ਗਿਆ ਨਾ, ਉਹਨੇ ਦੇਖਿਆ ਤੇਰੀ ਫੌਜ ਸਾਰੀ, ਤੂੰ ਵੀ ਤੈਨੂੰ ਭਸਮ ਕਰਕੇ ਰੱਖਦੀ। ਉਹਦੀ ਦ੍ਰਿਸ਼ਟੀ 'ਚ ਇੰਨੀ ਸ਼ਕਤੀ ਹੈ। ਉਸ ਵੇਲੇ ਫਿਰ ਕੀ ਕੀਤਾ, 700 ਪੁਤਲਾ ਬੱਜਰ ਦਾ, 7 ਧਾਤਾਂ ਦਾ ਇਕੱਠਾ ਕਰਨ ਨੂੰ ਬੱਜਰ ਕਹਿੰਦੇ ਆ।
ਬਣਾ ਕੇ ਉਹਦੇ ਸਾਹਮਣੇ ਕੀਤਾ। ਮਛੰਦਰ ਨਾਥ ਦੇ ਪੰਨ ਦਾ ਮਸਾਂ ਲੱਭੇ ਨਾ, ਉਹ ਮੱਛ ਦੇ ਅੰਦਰ ਸੀ ਬੈਠਾ ਸਮਾਧੀ ਰਾਜ। ਮੱਛ ਨੂੰ ਚੀਰਿਆ, ਫਿਰ ਮੱਛ ਨਿਕਲਿਆ। ਅਸੀਂ ਕਹਿੰਦੇ ਹਾਂ ਇਹ ਜੀ ਮਿਥਿਹਾਸ ਹੈ। ਹੰਸਾਂ ਨਾਲ ਟਟੀਰੀ ਕਿਉਂ ਪਹੁੰਚਿਆ ਦੌੜੀ? ਜਿੱਥੇ ਹੰਸ ਉਡਾਰੀਆਂ ਲਾਉਂਦੇ ਆ ਉੱਥੇ ਟਟੀਰੀ ਨਹੀਂ ਪਹੁੰਚ ਸਕਦੀ। ਅਸੀਂ ਮਨਮਤੀਏ ਕਲਯੁਗੀ ਜੀਵ ਵਿਸ਼ਿਆਂ ਦੇ ਖਾਧੇ ਹੋਏ ਘੋੜੇ ਵਾਲੀ ਡੱਕੜੀ ਵਾਂਗੂ ਅਸੀਂ ਨੁਕਸ ਕੱਢਦੇ ਹਾਂ। ਖਾਲਸਾ ਜੀ ਉਸ ਜਿਹੜੀਆਂ ਉਡਾਰੀਆਂ ਲਾਉਂਦਾ ਹੰਸ, ਉਹ ਹਵਾ ਦੀ ਜਿਹੜੀ ਉਹ ਸ਼ਾਂਤੀ ਸੁੱਖ ਹੈ, ਉਹ ਹੰਸ ਹੀ ਜਾਣਦਾ ਹੈ, ਟਟੀਰੀ ਨਹੀਂ ਪਹੁੰਚ ਸਕਦੀ। ਗੁਰਸਿੱਖ ਕੌਣ ਨੇ? ਗੁਰਮੁਖ ਉਜਲ ਹੰਸ ਹੈ, ਮਨਮੁਖ ਹੈ ਕਾਗ। ਮਨਮੁਖ ਜੋਨ ਭਵਾਈਨ, ਗੁਰਮੁਖ ਹਰ ਮੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰਮੁਖ ਹੰਸ ਨੇ, ਹੰਸ ਤੋਂ ਮਾਨਸਰੋਵਰ ਤੇ ਰਹਿੰਦੇ ਆ। ਗੁਰਸਿੱਖ ਸੰਗਤ ਰੂਪੀ ਮਾਨਸਰੋਵਰ ਤੇ ਰਹਿੰਦੇ ਆ। ਹੰਸ ਤੋਂ ਹੀਰੇ ਰਤਨ ਛਕਦੇ ਆ। ਗੁਰ ਕੇ ਸ਼ਬਦ ਜਿੰਨੇ ਸਾਰੇ ਰਤਨ ਹੀਰੇ ਨੇ ਉਹ ਛਕਦੇ ਆ, ਉਹਨਾਂ ਦਾ ਆਹਾਰ ਹੈ। ਉਹ ਇਸ ਕਰਕੇ ਇਸ ਨੂੰ ਲੋਕ ਜਿਹੜੇ ਨਾ ਮਿਥਿਹਾਸ ਕਹੀ ਜਾਂਦੇ। ਇਹ ਸੱਚ ਹੈ, ਸੱਚ ਹੈ, ਸੱਚ। ਉਹ ਦਸਵੇਂ ਪਾਤਸ਼ਾਹ ਦੀ ਰਚਨਾ ਵੀ ਕਦੇ ਝੂਠ ਬੋਲੇਗੀ? ਇਹ ਮਹਾਰਾਜ ਜੀ ਨੇ ਕਥਨ ਕੀਤਾ ਦਸਵੇਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਉਸ ਵੇਲੇ ਇਹਨੇ ਇਹਦੇ ਮੋਢੇ ਫੜ ਕੇ ਪਿੱਛੋਂ ਜਦੋਂ ਹਿਲਾਇਆ, ਮਛੰਦਰ ਨੇ ਖੋਲ੍ਹੇ ਨਿਗਾਹ, ਜਿੰਨਾ 700 ਪੁੱਤਰ ਸੀ ਭਸਮ ਹੋ ਗਿਆ। ਫਿਰ ਹੱਥ ਜੋੜ ਕੇ ਮੂਹਰੇ ਆਇਆ। ਮਛੰਦਰ ਕਹਿੰਦਾ, ਹੇ ਪਾਰਸਨਾਥ ਕੀ ਚਾਹੁੰਦਾ? ਕਹਿੰਦਾ, ਹੇ ਤਪਸਵੀ, ਹੇ ਜੋਗੀ, ਮੈਂ ਬੜੀ ਸ਼ਰਮ ਝੱਲ ਕੇ ਤੇਰੇ ਦਰਸ਼ਨ ਕੀਤੇ ਆ। ਮੈਂ ਬੜਾ ਦੁਖੀ ਹਾਂ। ਜਿਹਦੇ ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਵੇ। ਆਪਾਂ ਤੜਫਦੇ ਫਿਰਦੇ ਹਾਂ। ਮਨਮੁਖ ਇਸੇ ਕਰਕੇ ਆ, ਮਨ ਨੂੰ ਹੀ ਮੁਖੀ ਬਣਾਇਆ ਹੋਇਆ ਹੈ। ਕਹਿੰਦੇ ਕਿਵੇਂ ਆ ਬਈ? ਮੈਂ ਨਹੀਂ ਤੇਰੇ ਕਿਸੇ ਲੱਗਦਾ, ਜਿਵੇਂ ਮੇਰਾ ਮਨ ਕਹੂ ਮੈਂ ਤਾਂ ਕਰੂ। ਸੋ ਗੁਰਮੁਖ ਬਣਨਾ ਬੜਾ ਔਖਾ ਹੈ। ਮੇਰੇ ਕੋਲ ਕਹਿੰਦੇ ਮਨ ਨਹੀਂ ਜਿੱਤਿਆ ਗਿਆ। ਕਹਿੰਦਾ ਮੈਂ ਕਿਹਨੂੰ ਨਹੀਂ ਜਿੱਤਿਆ? ਇਹ ਪੁੱਛਿਆ। ਮਛੰਦਰ ਹੱਸ ਕੇ ਕਹਿੰਦਾ, ਪਾਰਸਨਾਥ ਤਾਂ ਆਪਣੇ ਮਨ ਨੂੰ ਨਹੀਂ ਜਿੱਤਿਆ। ਸੋਚਣ ਲੱਗ ਗਿਆ ਵੀ ਵਾਕਿਆ ਠੀਕ ਆ। ਹੁਣ ਤਾਈਂ ਮੈਨੂੰ ਸ਼ਾਂਤੀ ਨਹੀਂ ਆਈ। ਮੈਂ ਸਾਰੀ ਸ੍ਰਿਸ਼ਟੀ ਜਿੱਤ ਲਈ, 7 ਪਤਾੜਾਂ ਤੱਕ ਵੀ ਪਹੁੰਚ ਗਿਆ। ਮਛੰਦਰ ਨਾਥ ਜੈਸੇ ਯੋਗੀਆਂ ਦੇ ਦਰਸ਼ਨ ਵੀ ਕਰ ਲਏ, ਐਡਾ ਮਹਾਬਲੀ ਹੋ ਕੇ ਉਹ ਫਿਰ ਵੀ ਮੈਨੂੰ ਸ਼ਾਂਤੀ ਨਹੀਂ ਹੈ। ਉਹ ਸ਼ਾਂਤੀ ਕਲਯੁਗ ਦੇ ਸਮੇਂ 'ਚ ਗੁਰਸਿੱਖਾਂ ਨੂੰ ਭਾਈ ਗੁਰਬਾਣੀ ਦੇ ਆਸਤੇ ਗੁਰੂ ਨਾਨਕ ਦੇਵ ਜੀ ਨੇ ਬਖਸ਼ੀ। ਉਹ ਸ਼ਾਂਤੀ ਸਰਬ ਬਾਸ਼ਨਾ ਜੀ ਦਾ ਖੈ ਹੋ ਜੂਣ ਬੜੀ ਜਿਹੜੀ ਸ਼ਾਂਤੀ ਆ, ਉਹ ਗੁਰੂ ਨਾਨਕ ਦੇਵ ਤੋਂ ਬਿਨਾਂ ਪਾਉਣ ਦੇਵੇ। ਲੇਕਿਨ ਜਿਸ ਵੇਲੇ ਇਸ ਨੂੰ ਇਹ ਨਾ ਮਨ ਜਿੱਤ ਸਕਿਆ, ਉਹਨੇ ਕੀ ਕੀਤਾ ਉਸ ਵੇਲੇ? ਬਿਹਾਰ ਜਾਈਏ, ਦਸਵੇਂ ਪਾਤਸ਼ਾਹ ਕਹਿੰਦੇ, ਖਾਲਸਾ ਜੀ ਕਟਾਖ ਰਾਜ ਤੀਰਥ ਤੇ ਚੇਖਾ ਬਣਾ ਕੇ ਸੜਕੇ ਮਰ ਗਏ। ਪਾਰਸਨਾਥ ਦੀ ਆਹ ਗਤੀ ਹੋਈ। ਸੋ ਆਤਮ ਜੀਤਾ ਗੁਰਮਤੀ। ਬਿਹਾਰ ਜਾਈਏ ਗੁਰੂ ਅਰਜਨ ਦੇਵ ਜੀ ਤੋਂ, ਕਹਿੰਦੇ ਗੁਰਸਿੱਖੋ, ਮਨ ਜੇ ਜਿੱਤਣਾ ਹੈ ਤਾਂ ਗੁਰਮਤੀਏ ਬਣ ਜਾਓ, ਮਨਮਤੀਏ ਨਾ ਰਹੋ। ਮਨ ਕੀ ਮਤ ਤਿਆਗੋ ਹਰਜਨ, ਇਹ ਬਾਤ ਕਠਿਨੀ। ਇਹ ਸਭ ਤੋਂ ਵੱਡੀ ਕਠਿਨ ਬਾਤ ਹੈ। ਸਾਰੀ ਜ਼ਿੰਦਗੀ ਭਗਤੀ 'ਚ ਲਾ ਦੇਵੇ, ਅਭਿਆਸ ਕਰੇ, ਫਿਰ ਕਿਤੇ ਮਨ ਰਹੇ ਜਿੱਤਿਆ ਜਾਂਦਾ। ਆਤਮ ਜੀਤਾ ਗੁਰਮਤੀ। ਕੀ ਕਹਿੰਦੇ ਗੁਰੂ ਅਰਜਨ ਦੇਵ ਜੀ? ਇਹ ਭਾਈ ਮੱਸਿਆ ਦੁਆਰਾ ਉਪਦੇਸ਼ ਦਿੰਦੇ ਆ। ਮੱਸਿਆ ਨੂੰ ਕੀ ਤੱਕਦੇ ਹਾਂ? ਮੱਸਿਆ ਨੂੰ ਚੰਦ ਅਲੋਪ ਹੁੰਦਾ। ਕਿੱਥੇ ਅਲੋਪ ਹੁੰਦਾ?
ਉਹ ਸੂਰਜ ਦੇ ਪ੍ਰਕਾਸ਼ ਵਿੱਚ ਅਲੋਪ ਹੁੰਦਾ, ਖਤਮ ਨਹੀਂ ਹੁੰਦਾ ਹੈ ਚੰਦਰਮਾ, ਉਹ ਸੂਰਜ ਦੇ ਪ੍ਰਕਾਸ਼ ਦੇ ਨਾਲ ਨਾਲ ਹੀ ਲੰਘ ਜਾਂਦਾ ਆਕਾਸ਼ ਦੇ ਵਿੱਚ ਦੀ। ਉਹਦੀ ਗਤੀ ਇੱਕੋ ਜਿਹੀ ਕਿਉਂ ਨਹੀਂ ਹੈ? ਬ੍ਰਹਸਪਤ ਦੇਵਤਾ ਦੇ ਗੁਰੂ ਨੇ ਸਰਾਪ ਦੇਣੇ ਕਰਕੇ ਉਹਦੀ ਗਤੀ ਘੱਟ ਵੱਧ ਹੋਈ ਹੋਈ ਹੈ। ਸੋ ਜਿਵੇਂ ਵਸਿਆ ਦੀ ਰਾਤ ਨੂੰ ਹਨੇਰਾ ਹੁੰਦਾ ਹੈ, ਇਹ ਸਾਰਿਆਂ ਦੇ ਸਿਰ ਦੇ ਆਕਾਸ਼ ਵਿੱਚ ਅਗਿਆਨ ਦਾ ਹਨੇਰਾ ਹੀ ਹਨੇਰਾ ਹੈ। ਉਸ ਹਨੇਰੇ ਨੂੰ ਕੌਣ ਚੱਕੇਗਾ? ਉਹ ਗੁਰੂ ਨਾਨਕ ਦੇਵ ਜੀ ਚੱਕਣਗੇ, 10ਵੇਂ ਪਾਤਸ਼ਾਹ ਚੱਕਣਗੇ। ਵੱਡੇ ਵੱਡੇ ਅਵਤਾਰ ਪਾਰਸਨਾਥ ਵਰਗੇ ਮਰ ਗਏ, ਮਨ ਨਹੀਂ ਜਿੱਥੇ ਆ ਗਿਆ ਹੈ। ਲੇਕਿਨ ਗੁਰੂ ਕੇ ਸਿੱਖਾਂ ਨੂੰ ਮਹਾਰਾਜ ਨੇ ਭੰਡਾਰਾ ਖੋਲ੍ਹ ਦਿੱਤਾ ਗੁਰਬਾਣੀ ਦਾ। ਜਦੋਂ ਗੁਰੂ ਕਾ ਸਿੱਖ ਅਰਥਾਕਾਰ ਬਿਰਤੀ ਕਰਕੇ ਗੁਰਬਾਣੀ ਵੱਲ ਬਿਰਤੀ ਲਾ ਲੈਂਦਾ, ਮਨ ਨੇ ਕੋਈ ਕਿੱਥੇ ਜਾਣਾ ਬਈ? ਸਹਿਜੇ ਸਹਿਜੇ ਜਿੱਥੇ ਸ਼ਬਦ ਦਾ ਰੂਪ ਮਨ ਦੀ ਬਿਰਤੀ ਧਾਰਦੀ ਹੈ, ਉੱਥੇ ਫਿਰ ਵਹਿਮਾਕਾਰ ਹੋ ਜਾਂਦੀ। ਜਿੱਥੇ ਪ੍ਰਕਾਸ਼ ਹੈ ਉੱਥੇ ਭਰਮ ਨਹੀਂ ਹੈ। ਲੇਕਿਨ ਪ੍ਰਕਾਸ਼ ਵਾਲੇ ਥਾਂ ਵੀ ਭਰਮ ਪੈ ਜਾਂਦਾ ਹੈ, ਵਿਦਵਾਨਾਂ ਨੇ ਕਸਰਤ ਕੀਤਾ। ਲੇਕਿਨ ਉਹ ਕਿਹੜਾ ਪ੍ਰਕਾਸ਼ ਹੈ ਜਿਹੜਾ ਸੂਰਜ ਨੇ ਕੀਤਾ? ਇਹ ਸੂਰਜ ਕਰਕੇ ਕਿਸੇ ਪਰਿਵਾਰ ਵਿੱਚ ਪੁੱਤ ਧੀ ਵਿਛੜ ਕਰਕੇ ਪ੍ਰਦੇਸ਼ਾਂ ਚੋਂ 10-12 ਸਾਲ ਬਾਅਦ ਆਇਆ, ਮਾਂ ਤੋਂ ਪਛਾਣਿਆ ਨਹੀਂ ਜਾਂਦਾ। ਪੁੱਤ ਤੂੰ ਉਹੀ ਹੋ ਕਿ ਉਹ ਹਨੇਰੇ 'ਚ ਬੈਠੀ ਹੈ? ਇਹ ਪ੍ਰਕਾਸ਼ ਉਹ ਦੀਦਾ ਨਹੀਂ। ਇਸ ਕਰਕੇ ਗਿਆਨ ਦਾ ਪ੍ਰਕਾਸ਼ ਮਹਾਰਾਜ ਇਹ ਭੁਲੇਖੇ ਚੱਕ ਦਿੰਦੇ ਆ। ਇਸ ਪ੍ਰਕਾਸ਼ ਨਾਲੋਂ ਕੋਟ ਸੂਰ ਨਾਨਕ ਪ੍ਰਕਾਸ਼, ਆਤਮ ਜੀਤਾ ਗੁਰਮਤੀ, ਗੁਰਾਂ ਦੀ ਮਤ ਸਿੱਖਿਆ ਧਾਰ ਕੇ ਮਨ ਨੂੰ ਜਿੱਤੀਦਾ ਹੈ। ਗੁਣ ਗਾਏ ਗੋਬਿੰਦ। ਹਾਂ, ਗੁਰੂ ਕੀ ਸਿੱਖਿਆ ਕੀ ਹੈ? ਗੋਬਿੰਦ ਗੁਣ ਗਾਏ। ਕਥਾ ਇੱਧਰ ਉੱਧਰ ਗੱਲਾਂ ਬਾਤਾਂ ਦਾ ਨਾਮ ਨਹੀਂ ਹੈ। ਗੁਰੂ ਕੀ ਜਿਹੜੀ ਅੰਮ੍ਰਿਤ ਸਰੂਪ ਬਾਣੀ ਹੈ, ਇਹਦੇ ਅਰਥਾਂ 'ਚ ਬਿਰਤੀ ਟਿਕਾਵੇ ਆਪਦੇ ਮਨ ਦੀ। ਗੁਣ ਗਾਏ ਗੋਬਿੰਦ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਭਾਈ, ਗੁਰਮਤਿ ਧਾਰ ਕੇ ਮਨ ਜਿੱਤਿਆ ਜਾਂਦਾ ਜਿਹੜਾ ਦੁਖੀ ਕਰਦਾ ਸਾਨੂੰ। ਲੇਕਿਨ ਕਿਉਂ ਦੁਖੀ ਕਾਹਤੇ ਕਰਦਾ? ਜਿਵੇਂ ਸਿਆਣਾ ਬੰਦਾ ਉਹਦਾ ਮਾਰਿਆ ਉਹਦੇ ਬੱਚੇ ਨੂੰ ਗੋਦ 'ਚ ਲੈ ਲੈਂਦਾ, ਉਹ ਨਾ ਟਿਕ ਗਿਆ, ਕਦੇ ਕੁਛ ਮੰਗਦਾ, ਕਦੇ ਖਿਡੌਣਾ ਮੰਗਦਾ, ਕਦੇ ਕੁਛ, ਕਦੇ ਕਹਿੰਦਾ ਮੈਨੂੰ ਮੋਢੇ ਚੜਾ, ਕਦੇ ਕਹਿੰਦਾ ਮੈਨੂੰ ਗੋਦੀ ਚੱਕ, ਨਹੀਂ ਮੈਨੂੰ ਖੇਡਣ ਲੈ ਕੇ ਚੱਲ। ਉਸ ਨੂੰ ਬੈਠਣ ਨਹੀਂ ਦੇਵੇਗਾ ਬੱਚਾ। ਇਸੇ ਤਰ੍ਹਾਂ ਮਨ ਵੀ ਬਾਲਕ ਹੈ, ਇਹ ਆਪਾਂ ਨੂੰ ਜੂਨਾਂ 'ਚ ਤੋਰੀ ਫਿਰਦਾ, ਟਿਕਣ ਨਹੀਂ ਦਿੰਦਾ। ਸੋ ਪ੍ਰੇਮੀਓ, ਮਹਾਰਾਜ ਕਹਿੰਦੇ ਇਹ ਗੁਰੂ ਕੀ ਮਤ ਕੀ ਹੈ? ਗੁਣ ਗਾਏ ਗੋਬਿੰਦ। ਗੋਬਿੰਦ ਕੌਣ ਹੋਇਆ? ਕਿਹੜੀ ਬੁਲਾ ਦਾ ਨਾਮ ਹੈ? ਗੋ ਇੰਦਰੀਆਂ ਦਾ ਵੀ ਪ੍ਰਕਾਸ਼ਕ ਹੈ, ਜੋ ਬਿੰਦ ਨੂੰ ਪ੍ਰਕਾਸ਼ ਦਾ। ਉਹ ਧਰਤੀ ਨੂੰ ਵੀ ਕਹਿੰਦੇ ਆ, ਧਰਤੀ ਨੂੰ ਵੀ ਆਸਰਾ ਦੇਣ ਵਾਲਾ ਉਹਦਾ ਅਧਿਸ਼ਠਾਨ ਰੂਪ ਹੈ। ਉਹਦੇ ਨੂੰ ਗੁਣਾਂ ਨੂੰ ਗਾਵੇ। ਉਹਦੇ ਕੀ ਗੁਣ ਹਨ? ਉਹ ਪਤਿਤ ਪਾਵਨ ਹੈ, ਭਗਤ ਬਛਰ ਹੈ। ਉਹਦੇ ਗੁਣਾਂ ਦਾ ਕੋਈ ਅੰਤ ਹੈ? ਉਹਦੇ ਗੁਣਾਂ ਨੂੰ ਗਾਵੇ। ਇਹ ਜੁਗਤੀ ਹੈ ਮਨ ਨੂੰ ਜਿੱਤਣ ਦੀ। ਸੰਤ ਪ੍ਰਸਾਦੀ ਭੈ ਮਿਟੇ। ਫਿਰ ਕੀ ਹੋਊਗਾ? ਇਹ ਭੈ ਪਰਲੋਕ ਭੈ, ਜਨਮ ਵੇਦਨ ਜਾਤ, ਅਨ ਰੱਖਿਆ ਗੁਪਤ ਭੈ, ਅਕਸ਼ਮਿਤ ਮਾਤਰ ਭੈ, ਸੱਤ ਤਰ੍ਹਾਂ ਦਾ ਭੈ ਹੈ। ਲੋਕਾਂ ਨੂੰ ਪੁੱਛੋ, ਮਾਈਆਂ ਨੂੰ ਪੁੱਛੋ, ਤੁਸੀਂ ਡਰਦੀਆਂ ਤਾਂ ਨਹੀਂ? ਕਹਿੰਦੇ ਕੀ ਦੱਸੀ ਆਪਣੀ ਜ਼ਿੰਦਗੀ? ਜਦੋਂ ਬਾਲਕ ਸੀ ਮਾਂ ਬਾਪ ਤੋਂ ਡਰਦੀਆਂ ਹੁੰਦੀਆਂ ਸੀ, ਕਿਤੇ ਜਾਂਦੀਆਂ ਨਹੀਂ ਸੀ। ਸਹੁਰੇ ਆ ਗਈਆਂ, ਪਤੀ ਨੇ ਡਰ ਦਿੱਤਾ,
ਸਹੁਰੇ ਡਰਦਿਆਂ ਦੀ ਜ਼ਿੰਦਗੀ ਲੰਘ ਗਈ ਸਾਡੀ ਤਾਂ। ਹੁਣ ਅਸੀਂ ਬੱਚਿਆਂ ਤੋਂ ਡਰਦਿਆਂ ਝਿੜਕ ਦਿੰਦੇ ਨੇ, ਗਾਹਾਂ ਫੇਰ ਜਮਾਂ ਦਾ ਡਰ ਹੈ। ਕਦੇ ਨਿਰਭੈ ਹੋਏ, ਹਰ ਕੋਈ ਸੋਚਦਾ, ਬਟ ਬੱਚਾ ਵੀ ਆਸ ਰੱਖਾ ਵੀ ਜਿੰਨਾ ਚਿਰ ਛੋਟਾ ਉਹਦੇ ਮਾਂ ਬਾਪ ਤੋਂ ਡਰਦਾ, ਵੱਡਾ ਫਿਰ ਨਹੀਂ ਮੈਂ ਡਰਨਾ। ਪਰ ਜੇ ਨਿਰਭੈ ਹੋਣਾ ਹੈ, ਭੈ ਦੇ ਭੂਤਨੇ ਤੋਂ ਬਚਣਾ ਹੈ, ਤਾਂ ਫਿਰ ਪੜੋ ਪੰਕਤੀ ਇਹ, ਸੰਤ ਪ੍ਰਸਾਦੀ ਭੈ ਮਿਟੇ। ਹਾਂ, ਉਹ ਜਿਸ ਵੇ ਗੁਣ ਗਾਵਾਂਗੇ, ਜਿਨ੍ਹਾਂ ਨੇ ਗੁਣ ਗਾਏ ਹੋਏ ਨੇ ਉਹ ਸੰਤ ਨੇ, ਉਹ ਗੁਰਮਤੀਏ ਨੇ, ਉਹਨਾਂ ਦੀ ਕਿਰਪਾ ਹੋ ਜਾਂਦੀ, ਫਿਰ ਸਾਰੇ ਭੈ ਮਿਟ ਜਾਂਦੇ ਆ। ਇਹ ਭੈ ਪ੍ਰਲੋਕ ਭੈ, ਜਨਮ ਬੇਦਨ ਜਾਤ, ਅਨ ਰੱਖਿਆ ਗੁਪਤ ਭੈ, ਅਕਸ਼ਮਾਤਰ ਭੈ ਸਾਧ, ਸਾਰੇ ਹੀ ਭੈ ਚੱਕੇ ਜਾਂਦੇ। ਨਿਰਭਉ ਜਪੈ ਸਗਲ ਭਉ ਮਿਟੈ। ਨਿਰਭਉ ਕੌਣ ਹੈ? ਵਾਹਿਗੁਰੂ ਹੈ ਭਾਈ। ਜਿਹੜਾ ਆਪ ਡਰਦਾ ਦੂਜੇ ਦੇ ਭੈ ਨੂੰ ਕਿਵੇਂ ਚੱਕੇਗਾ? ਔਰ ਭੈ ਕਿਹਦੇ ਆਸਰੇ? ਭਰਮ ਦੇ ਆਸਰੇ ਹੈ। ਜਿੱਥੇ ਭਰਮ ਹੈ ਉੱਥੇ ਭੈ ਹੈ, ਜਿੱਥੇ ਭੈ ਹੈ ਉੱਥੇ ਦੁੱਖ ਵੀ ਹੈ। ਸੰਤ ਪ੍ਰਸਾਦੀ ਭੈ ਮਿਟੇ, ਮਹਾਤਮਾ ਦੀ ਸੰਗਤ ਦੀ ਕਿਰਪਾ ਹੋ ਜਾਂਦੀ ਹੈ। ਜਿਹੜੇ ਕੱਟੜਵਾਦੀ ਹਨ ਉਹ ਕਹਿੰਦੇ ਸੰਤ ਗੁਰੂ ਦਾ ਨਾਂ ਹੀ ਹੈ। ਜਿੰਨਾ ਸਾਸ ਗਰਾਸ ਨਾ ਵਿਸਰੈ, ਹਰਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ, ਪੂਰਨ ਸੋਈ ਸੰਤ। ਉਹ ਗੁਰੂ ਕੱਚਾ ਹੈ ਜਿਹੜਾ ਸਿੱਖ ਨੂੰ ਆਪਦਾ ਰੂਪ ਨਹੀਂ ਬਣਾਉਂਦਾ ਹੈ। ਜਿਹੜੇ ਕਹਿੰਦੇ ਗੁਰੂ ਹੀ ਸੰਤ ਹੈ, ਦੂਸਰੇ ਸੰਤ ਨਹੀਂ। ਉਹ ਜਿਹੜੇ ਗੁਰੂ ਦਾ ਖਾਲਸਾ ਹੈ, ਇਹ ਭਾਈ ਸੰਤ ਹੈ। ਸੰਤ ਭਗਤ ਗੁਰਸਿੱਖ ਹੈ, ਜਗ ਤਾਰ ਨ ਆਏ। ਸੰਤ ਪਦ ਵੀ ਬੜੀ ਦੁਰਲਭ ਹੈ। ਹਰ ਹਰ ਜਨ ਏਕ ਹੈ, ਬੇਵਿਚਾਰ ਕਿਛ ਨਾ ਹੈ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੇ ਸਮਾਹੇ। ਐਡੀ ਅਭੇਦਤਾ ਹੈ। ਉਹ ਇਹੋ ਜਿਹੇ ਮਹਾਤਮਾ ਗੁਰਮੁਖਾਂ ਨੇ, ਉਹਨਾਂ ਦੀ ਸੰਗਤ ਕਰਕੇ ਗੁਰਮਤੀਏ ਬਣ ਜਾਈਦਾ ਹੈ। ਜਿੰਨੇ ਭੈ ਨੇ ਚੱਕੇ ਜਾਂਦੇ ਆ। ਜਦ ਭੈ ਚੱਕਿਆ ਗਿਆ ਫਿਰ ਕੀ ਬਣ ਗਏ? ਫਿਰ ਨਿਰਭਉ ਬਣ ਗਏ। ਨਿਰਭਉ ਕੌਣ ਹੈ? ਵਾਹਿਗੁਰੂ ਹੈ। ਉਹਦੇ ਚ ਭੇਦ ਹੋ ਗਏ, ਮਿਟ ਜਾਂਦੇ ਆ ਭੈ। ਨਾਨਕ ਬਿਨਸੀ ਚਿੰਦ। ਹਾਂ, ਕਿਹਦੇ ਅੰਦਰ ਚਿੰਤਾ ਨਹੀਂ ਪਈ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਇਹ ਕੀ ਲਾਭ ਹੁੰਦਾ ਮਨ ਨੂੰ ਜਿੱਤਣ ਨਾਲ? ਜਿੰਨੀਆਂ ਚਿੰਤਾ ਨੇ ਨਾ, ਚਿੰਤਾ ਸਗਲੀ ਗਈ, ਪ੍ਰਭ ਨਾਨਕ 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 ਮਈ। ਉਸ ਵੇਲੇ ਸਾਰੀਆਂ ਚਿੰਤਾ ਮਿਟ ਜਾਂਦੀਆਂ ਹਨ। ਪੁੱਛੋ ਲੋਕਾਂ ਨੂੰ, ਗ੍ਰਸਤੀਆਂ ਨੂੰ, ਕਹਿੰਦੇ ਬਈ ਬਸ ਚਿੰਤਾ ਦੇ ਸਹਿਤ ਹੀ ਜ਼ਿੰਦਗੀ ਤਾਂ ਬਤੀਤ ਹੋ ਗਈ, ਕਾਹਦੀ ਹੈ? ਇਹ ਸਾਰੀਆਂ ਚਿੰਤਾ ਨਾਸ ਹੋ ਜਾਂਦੀਆਂ। ਗੁਰੂ ਅਰਜਨ ਦੇਵ ਜੀ ਬਿਨਾਂ ਐਸਾ ਕੌਣ ਉਪਦੇਸ਼ ਦੇਵੇਗਾ? ਦੇਖੋ ਇਹ ਮੱਸਿਆ ਦੇ ਪੁਰਬ ਦੁਆਰਾ ਉਪਦੇਸ਼ ਦੇ ਰਹੇ ਨੇ ਮਹਾਰਾਜ। ਪੌੜੀ ਅੱਗੇ ਵਿਚਾਰਦੇ ਆ। ਇਹ ਸ਼ਲੋਕ ਦਾ ਜਿਹੜਾ ਸਿਧਾਂਤ ਹੈ ਨਾ, ਇਹ ਪੌੜੀ ਚ ਨਿਖੇਰਨਗੇ ਆਪ। ਅਮਾਵਸ ਆਤਮ ਸੁਖੀ ਭਏ। ਮੱਸਿਆ ਵਾਲੇ ਦਿਨ ਉਪਦੇਸ਼ ਦਿੰਦੇ ਆ ਭਾਈ ਆਤਮ ਸੁਖੀ ਭਏ। ਫੇਰ ਮਨ ਸੁਖੀ ਹੁੰਦਾ, ਨਹੀਂ ਤਾਂ ਫਿਰ ਮਨ ਵਿੱਚ ਸੁਖ। ਇਹ ਜਿਹੜਾ ਉੱਤੇ ਪੂਰਵੋਕਤ ਆਪਾਂ ਵਿਚਾਰ ਕੀਤੀ ਆ ਉਪਦੇਸ਼ ਦੀ, ਉਹ ਜਦੋਂ ਕਮਾਵਾਂਗੇ ਫਿਰ ਸੁਖੀ ਭਏ। ਇਹ ਕਿਹੜਾ ਸੁੱਖ ਹੋਊਗਾ? ਜਿਹੜਾ ਸੁੱਖ ਆਰਿਆਂ ਨਾਲ ਚੀਰ ਦੇਣਗੇ ਫਿਰ ਵੀ ਦੁੱਖ ਨਹੀਂ ਨੇੜੇ ਆਵੇਗਾ। ਉਹ ਸੁੱਖ ਪ੍ਰਾਪਤ ਹੋਵੇਗਾ। ਮੱਸਿਆ ਦਾ ਉਪਦੇਸ਼ ਦਿੰਦੇ ਆ। ਸੰਤੋਖ ਦੀਆ ਗੁਰਦੇਵ। ਨਾਲ ਹੀ ਸੁੱਖ ਕਿਉਂ ਮਿਲਿਆ? ਜਿਹੜੇ ਗੁਰਦੇਵ ਦਾ ਭਜਨ ਕੀਤਾ, ਗੋਬਿੰਦ ਪਰਮੇਸ਼ਰ ਦਾ, ਦਿਵ ਧਰਤੂ ਪ੍ਰਕਾਸ਼ ਅਰਥੇ, ਦੇਵ ਪ੍ਰਕਾਸ਼ ਰੂਪ ਨੂੰ ਕਹਿੰਦੇ ਆ। ਗੁਰੂ ਜੋ ਚੇਤਨ ਸਰੂਪ ਹੈ, ਵਾਹਿਗੁਰੂ ਨੇ ਗੁਰੂ ਸਰੂਪ ਧਾਰ ਕੇ ਸੰਤੋਖ ਦਿਆ। ਬਿਨਾ ਸੰਤੋਖ ਨਹੀਂ ਕੋ ਰਾਜਾ। ਬਿਨਾ ਸੰਤੋਖ ਤੋਂ ਤ੍ਰਿਪਤੀ ਨਹੀਂ ਆ ਸਕਦੀ, ਔਰ ਤ੍ਰਿਪਤੀ ਤੋਂ ਬਿਨਾ ਆਨੰਦ ਵੀ ਨਹੀਂ ਹੈ। ਬੱਚਿਆਂ ਦੁਆਰਾ ਕਹਿੰਦੇ ਆ ਸੰਤੋਖ ਦੀਆ ਗੁਰਦੇਵ। ਗੁਰੂਆਂ ਨੇ ਸਾਨੂੰ ਸੰਤੋਖੀ ਬਣਾ ਦਿੱਤਾ ਹੈ। ਸੰਤੋਖੀ ਬੰਦਾ ਸਾਰਿਆਂ ਨੂੰ ਚੰਗਾ ਲੱਗਦਾ। ਘਰ ਵਿੱਚ ਦੋ ਬੱਚੇ ਆ, ਇੱਕ ਲਾਲਚੀ ਹੈ, ਇੱਕ ਸੰਤੋਖੀ ਹੈ। ਮਾਂ ਉਹਨੂੰ ਭੁੱਖਾ ਰੱਖਦੀ ਹੈ, ਉਹਦੇ ਵਾਸਤੇ ਸਪੈਸ਼ਲ ਰੱਖਦੀ ਹੈ ਭੋਜਨ।
ਸਾਨੂੰ ਮਹਾਰਾਜ ਨੇ ਗੁਰਸਿੱਖਾਂ ਨੂੰ ਸੰਤੋਖੀ ਬਣਾਇਆ ਹੈ। ਮਨ ਤਨ ਸੀਤਲ ਸ਼ਾਂਤ ਸਹਿਜ। ਹਾਂ, ਫਿਰ ਸੰਤੋਖ ਦੇ ਨਾਲ ਕੀ ਹਿਰਦੇ 'ਚ ਆਈ ਹੈ? ਉਹ ਜਿਹੜਾ ਮਨ ਜਿੱਤਿਆ ਨਹੀਂ ਸੀ ਜਾਂਦਾ ਹੈ, ਉਹਦੇ ਤਨ ਨਾਲ ਹੀ ਜਿਹੜਾ ਤਨ ਵਿੱਚ ਰਹਿੰਦਾ ਹੈ ਮਨ ਨਿੱਤ ਹੈ ਸ਼ਾਂਤ ਸਹਿਜ। ਤਨ ਵਿੱਚ ਸ਼ਾਂਤੀ ਤੇ ਮਨ ਵਿੱਚ ਸਹਿਜ ਗਿਆਨ ਅੱਡ ਅੱਡ ਹੋ ਗਏ। ਫਿਰ ਪੜੋ ਪੰਕਤੀ ਇਹੀ, ਮਨ ਤਨ ਸੀਤਲ ਸ਼ਾਂਤ ਸਹਿਜ। ਫਿਰ ਸੰਤੋਖ ਦੇ ਪ੍ਰਤਾਪ ਨਾਲ ਮਨ ਤਨ ਸੀਤਲ ਸ਼ਾਂਤ ਸਹਿਜ। ਐਸੀ ਠੰਡ ਵਰਤਦੀ ਹੈ, ਤਨ ਵੀ ਸ਼ਾਂਤ ਹੋ ਜਾਂਦਾ, ਕੋਈ ਤਾਪ ਆਦਿ ਵਿਆਦੀ ਤਾਪ ਨਹੀਂ ਰਹਿੰਦੇ। ਤੇ ਜਿਹੜਾ ਮਨ ਹੈ ਉਹ ਗਿਆਨ ਦੇ ਸਹਿਤ ਹੋ ਜਾਂਦਾ। ਗਿਆਨ ਦੇ ਸਹਿਤ ਕਿਵੇਂ? ਗਿਆਨ ਤੋਂ ਵੱਖਰਾ ਨਹੀਂ ਰਹਿੰਦਾ, ਗਿਆਨ ਸਰੂਪ ਬਣ ਜਾਂਦਾ ਹੈ। ਲਾਗਾ ਪ੍ਰਭ ਕੀ ਸੇਵ। ਇਹ ਕਿਵੇਂ ਬਣਿਆ? ਪ੍ਰਭੂ ਦੀ ਉਪਾਸਨਾ 'ਚ ਲੱਗਿਆ ਮਨ, ਤਾਂ ਇਹ ਫਲ ਪ੍ਰਾਪਤ ਹੋਇਆ ਹੈ। ਟੂਟੇ ਬੰਧਨ ਬਹੁ ਵਿਕਾਰ। ਉਹ ਬੰਧਨ ਕਿੰਨੇ ਨੇ, ਕਿੰਨੇ ਬੰਧਨ ਬਿਆੰਤ ਨੇ। ਮੋਹ ਦੇ ਬੰਧਨ ਨੇ, ਵਿਸ਼ੇ ਵਿਕਾਰਾਂ ਦੇ ਬੰਧਨ ਨੇ, ਹਉਮਾ ਦੇ ਬੰਧਨ ਨੇ, ਹੰਕਾਰ ਦੇ ਬੰਧਨ। ਬੰਧਨ ਕੋਈ ਇੱਕ ਹੈ, ਅੰਤ ਨੂੰ ਜਾਂਬੀ ਬੰਧਨ ਪਾਉਣਗੇ। ਟੂਟੇ ਬੰਧਨ ਬਹੁ ਵਿਕਾਰ। ਇਹ ਲਾਭ ਹੋਵੇਗਾ ਫਿਰ ਮਨ ਦੇ ਜਿੱਤਣ ਨਾਲ। ਜਿਹੜੇ ਵਿਸ਼ੇ ਵਿਕਾਰਾਂ ਦੇ ਬੰਧਨ ਨੇ ਇਹ ਸਾਰੇ ਟੁੱਟ ਜਾਣਗੇ। ਸਫਲ ਪੂਰਨਤਾ ਕੇ ਕਾਮ। ਹੈਂ? ਸਫਲ ਪੂਰਨਤਾ ਕੇ ਕਾਮ। ਹਾਂ, ਉਹ ਫਿਰ ਜਿਹੜਾ ਜਗਿਆਸੂ ਹੈ, ਮਨ ਨੂੰ ਜਿੱਤਣ ਵਾਲਾ, ਉਹਦੇ ਕੰਮ ਸਾਰੇ ਪੂਰੇ ਹੋ ਜਾਣਗੇ। ਇੱਥੇ ਮਾਤ ਲੋਕ ਦੇ ਵੀ ਤੇ ਪਰਲੋਕ ਦੇ ਗਿਆਨ ਦੀ ਪ੍ਰਾਪਤੀ ਦੇ ਵੀ। ਸਫਲ ਪੂਰਨਤਾ ਕੇ ਕਾਮ, ਸਹਿਤ ਗਿਆਨ ਫਲ ਦੇ ਹੋ ਜਾਵੇਗਾ। ਉਹ ਉੱਥੇ ਅਮਨਵਸਤਾ ਪ੍ਰਾਪਤ ਹੋ ਜਾਵੇਗੀ। ਸਫਲ ਪੂਰਨਤਾ ਕੇ ਕਾਮ ਹੈ। ਤੇ ਉਹਦੇ ਜਿਹੜੇ ਕੰਮ ਨੇ ਨਾ, ਕੰਮ ਉਹ ਕੀ ਕਰਦੇ ਹੈ? ਕੰਮ ਉਹ ਗੁਰ ਸੇਵਾ ਤੇ ਭਗਤ ਕਮਾਈ, ਤਾਵੇ ਮਾਨਸ ਦੇ ਹੀ ਪਾਈ। ਉਹਨਾਂ ਨੇ ਕੰਮ ਕੀ ਕੀਤਾ? ਸਾਰੀ ਜ਼ਿੰਦਗੀ ਗੁਰਮਤੀਆਂ ਨੇ, ਜਿਨ੍ਹਾਂ ਨੇ ਸਿੱਖਿਆ ਲਈ ਹੈ, ਉਹਨੇ ਸਰੀਰ ਸੇਵਾ 'ਚ ਲਾ ਦਿੱਤਾ ਹੈ, ਮਨ ਭਗਤੀ 'ਚ ਲਾ ਦਿੱਤਾ ਹੈ। ਇਸ ਕਰਕੇ ਉਹਨਾਂ ਦੇ ਜਿਹੜੇ ਕੰਮ ਸੀ ਉਹ ਸੰਪੂਰਨ ਹੋ ਗਏ। ਉਹ ਇਹ ਕੰਮ ਦਾ ਫਲ ਕੀ ਮਿਲਿਆ? ਬ੍ਰਹਮ ਵਿੱਚ ਲੀਨਤਾ ਪਾ ਲਈ। ਦੁਰਮਤ ਮਿਟੀ ਹਉਮੈ ਛੁੱਟੀ। ਉਹ ਕੋਟੀ ਮਤ ਸੀ ਜਿਹੜੀ ਦੁਆਇਸ਼ ਵਾਲੀ, ਬਦਬੂ ਵਾਲੀ, ਉਹ ਮਿਟ ਗਈ। ਤੇ ਦੇਹ ਦੀ ਹਉਮੈ ਵੀ, ਹੰਗਤਾ ਮਮਤਾ ਦੋਨੇ ਚੱਕੀਆਂ ਗਈਆਂ। ਹਉਮੈ ਦੀ ਹਉਮੈ ਕਰੀ ਤਾਂ ਤੂੰ ਨਹੀਂ, ਤੂੰ ਹੋਵੇ ਹਉ ਨਾ ਹੈ। ਜਾਂ ਬੁੱਝੋ ਗਿਆਨੀ ਬੁਝਾ, ਕਥ ਕਥਾ ਮਨ ਮਾਹੇ। ਹਉਮੈ ਦੁਰਮਤ ਮਿਟੀ ਹਉਮੈ ਛੁੱਟੀ। ਹਾਂ, ਜਦੋਂ ਮਨ ਹੀ ਮਰ ਗਿਆ, ਜਿਹੜੀ ਮਤ ਸੀ ਦੁਰਮਤ, ਉਹ ਕਿੱਥੇ ਰਹਿ ਜਾਂਦੀ? ਫਿਰ ਉਹ ਵੀ ਮਿਟ ਗਈ, ਖੋਟੀ ਮਤ ਵੀ। ਤੇ ਆਪਣੇ ਹੰਗਤਾ ਵੀ, ਹਉਮੈ ਵੀ ਚੱਕੀ ਗਈ। ਸਿਮਰਤ ਹਰਿ ਕੋ ਨਾਮ। ਇਹ ਕਿਵੇਂ ਚੱਕ ਹੋਈ? ਉਹ ਜਿਹੜਾ ਕਿਹਾ ਸੀ ਵੀ ਗੁਰਮਤੀਏ ਬਣ ਜਾਓ, ਗੁਰਮਤ ਧਾਰਨ ਕਰੋ, ਹਰੀ ਦਾ ਸਿਮਰਨ ਕਰਦੇ ਆ, ਇਹ ਰਾਹ ਪ੍ਰਾਪਤ ਹੋਇਆ ਹੈ। ਸਰਨ ਗਹੀ ਪਾਰ ਬ੍ਰਹਮ ਕੀ। ਉਸ ਵੇਲੇ ਕਿਸੇ ਦੀ ਸ਼ਰਨ ਨਹੀਂ ਰਹੀ ਹੈ। ਸ਼ਰਨ ਉਹਦੀ ਲਈਏ ਜਿਹੜਾ ਸਾਨੂੰ ਫਿਰ ਵਿਛੋੜੇ ਨਾ। ਪਾਪਾ ਪੁੰਨਾ ਤੇ ਪਰੇ ਬ੍ਰਹਮ ਵਿਆਪਕ ਆ ਜਿਹੜਾ ਸ਼ਰਨ ਗਹੀ। ਇਹ ਤੇ ਗੁਰਮੁਖਾਂ ਨੇ, ਹੰਸਾਂ ਦੀ ਪਦਵੀ ਵਾਲੇ ਗੁਰਮੁਖਾਂ ਨੇ, ਉਹ ਵਾਹਿਗੁਰੂ ਦੀ ਸ਼ਰਨ ਰਹੀ ਹੈ। ਬਿਨਾਂ ਕਾਲ ਦੂਜੋ ਕਵਨ। ਉਹ ਕਿਸੇ ਦੇਵੀ ਦੇਵਤਾ ਦੀ ਉਪਾਸਨਾ ਨਹੀਂ ਕਰਦੇ, ਨਾ ਹੀ ਉਹਨਾਂ ਨੂੰ ਨਿੰਦਿਆ ਕਰਦੇ, ਗਾਲਾਂ ਕੱਢਦੇ। ਉਹਨਾਂ ਨੇ ਪਾਪਾਪੁਰਾ ਤੇ ਬ੍ਰਹਮ ਪ੍ਰੇਮ ਕਾ ਵਾਹਿਗੁਰੂ ਆ ਜਿਹੜਾ ਸਾਰਿਆਂ ਦੇ ਹਿਰਦੇ 'ਚ ਵਸਦਾ। ਜਾਏ ਸ਼ਰਦ ਅੰਤਰ ਜੋਤੀਰ ਪੁਰਸ਼ਾ, ਤੂੰ ਹਿਰਦੇ ਗੁਪਤ ਵਸੈ ਦਿਨ ਰਾਤੀ, ਤੇਰਾ ਭਾਉ ਨਾ ਪੁੱਜੇ ਗਵਾਰੀ। ਇਹ ਜਿਹੇ ਵਾਹਿਗੁਰੂ ਦੀ ਸ਼ਰਨ ਰਹੀ ਹੈ। ਮਿਟਿਆ ਆਵਾਗਮਨ। ਸਭ ਤੋਂ ਵੱਡਾ ਲਾਭ ਕੀ ਹੋਇਆ? ਆਵਾਗਮਨ ਮਿਟਿਆ। ਆਵਾ ਆਏ ਸੀ ਸੰਸਾਰ ਵਿੱਚ,
ਜਨਮ ਦਿਨ ਮਨਾਉਂਦੇ ਫਿਰਦੇ ਹਾਂ। ਜੰਮਣ ਮਰਨੋਂ ਬਾਹਰੇ ਪਰਉਪਕਾਰੀ ਜਗ ਵਿੱਚ ਆਏ, ਉਹਨਾਂ ਦਾ ਆਉਣਾ ਜਾਣਾ ਮਿਟ ਗਿਆ। ਵਾਹਿਗੁਰੂ ਵਿੱਚ ਭੇਦ ਹੋ ਗਏ ਹਨ, ਮੋਕਸ਼ ਨੂੰ ਪ੍ਰਾਪਤ ਹੋ ਗਏ। ਆਪ ਤਰਿਆ ਕੁਟੰਬ ਸਿਓ, ਉਹ ਜਿਹੜੇ ਇੰਨੀ ਕਮਾਈ ਕਰਨ ਵਾਲੇ ਗੁਰਮਤੀਏ ਨੇ, ਉਹ ਫਿਰ ਉਹਨਾਂ ਦਾ ਹੀ ਮਿਟਿਆ ਕਿ ਹੋਰ ਵੀ ਆਪ ਤਰਿਆ ਕੁਟੰਬ ਸਿਓ, ਪਰ ਸਾਰੇ ਪਰਿਵਾਰ ਨਾਲ ਉਹਨਾਂ ਦੇ ਨਾਲ ਹੀ ਤਰ ਗਿਆ। 21 ਕਹਿੰਦੇ ਕੁਲਾਂ ਪਰਮੇਸ਼ਰ ਭਗਤਾਂ ਦੀਆਂ ਤਾਰਦਾ ਹੈ। ਭਗਤ ਜਨਾ ਕੀ 21 ਕੁਲ ਉਧਾਰ ਹੈ। ਜਿੱਥੇ ਪ੍ਰਹਲਾਦ ਦੀ ਰੱਖਿਆ ਕੀਤੀ, ਹਰਨਾਕਸ਼ ਨੂੰ ਵੀ ਮੁਕਤ ਕਰ ਦਿੱਤਾ ਹੈ। ਸੋ ਪਰਮੇਸ਼ਰ ਤੋਂ ਕਦੇ ਬੁਰਾ ਨਹੀਂ ਹੁੰਦਾ ਹੈ। ਉਹ ਆਪ ਵੀ ਤਰ ਜਾਂਦਾ, ਭਉ ਭਗਤੀ ਦੀ ਤਾਰੀ ਲਾ ਕੇ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਦੇ ਕਿਨਾਰੇ ਹੋ ਜਾਂਦਾ। ਤੇ ਕੀ ਨਾਲ ਕੋਈ ਨਹੀਂ ਲਿਜਾਂਦਾ? ਸਾਰੇ ਪਰਿਵਾਰ ਨੂੰ। ਗੁਰਮੁਖ ਕੋਟ ਉਧਾਰਦਾ, ਜੇ ਨਾਵੇ ਕਣੀ ਉਹ ਵੀ ਤਰ ਜਾਂਦਾ ਹੈ। ਗੁਣ ਗੋਬਿੰਦ ਪ੍ਰਭ ਰਮਣ, ਹਾਂ, ਐਸਾ ਰਮਣ ਸੁੰਦਰ ਹੈ। ਗੋਬਿੰਦ ਪਰਮੇਸ਼ਰ ਦੇ ਗੁਣ ਨੇ ਜਿਹੜੇ ਬੜੇ ਸੁੰਦਰ ਹਨ, ਉਹਨਾਂ ਦਾ ਪ੍ਰਭੂ ਦਾ ਰਮਣ ਕਰੀਏ, ਉਚਾਰਨ ਕਰੀਏ ਸਦਾ। ਹਰ ਕੀ ਟਹਿਲ ਕਮਾਵਣੀ, ਹਾਂ, ਇਹਨੂੰ ਕਹਿੰਦੇ ਆ ਉਪਾਸਨਾ ਕਰਨੀ, ਹਰੀ ਦੀ ਟਹਿਲ ਉਪਾਸਨਾ ਨੂੰ ਕਹਿੰਦੇ ਹੈ। ਜਪੀਏ ਪ੍ਰਭ ਕਾ ਨਾਮ, ਇਹ ਸ਼ਲੋਕ ਆ ਗਿਆ ਦੁਆਰਾ? ਨਹੀਂ ਜੀ, ਇਹੀ ਮੱਚਾ ਦਾ ਹੀ ਚੱਲ ਰਿਹਾ। ਹਾਂਜੀ ਹਾਂਜੀ। ਹਾਂ, ਫਿਰ ਹਾਂਜੀ। ਇਸ ਕਰਕੇ ਕੀ ਕਰਨਾ ਚਾਹੀਏ? ਹਰ ਕੀ ਟਹਿਲ ਕਮਾਵਣੀ, ਗੁਰ ਸੇਵਾ ਤਪਾਂ ਸਿਰ ਤਪਸਾਰ। ਹਰ ਗੁਰੂ ਘਰ ਦੀ ਮਨ ਕਰਕੇ ਉਪਾਸਨਾ ਰੂਪੀ ਟਹਿਲ ਕਰਨੀ, ਸਰੀਰ ਕਰਕੇ ਸੰਗਤ ਦੀ ਸੇਵਾ ਕਰਨੀ। ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ, ਰਸਨਾ ਨਾਲ ਪ੍ਰਭੂ ਦੇ ਨਾਮ ਨੂੰ ਜਪੀਏ। ਗੁਰ ਪੂਰੇ ਤੇ ਪਾਇਆ, ਇਹ ਮਨਮਤੀਏ ਵੀ ਹਰ ਮਨਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਧੋਏ। ਇਹ ਗੁਰ ਪੂਰੇ ਤੋਂ ਦਾਤ ਪਾਈ ਦੀ ਹੈ। ਨਾਨਕ ਸੁਖ ਵਿਸਰਾਮ, ਫਿਰ ਜਿਹੜਾ ਸੁਖ ਰੂਪ ਕੌਣ ਹੈ? ਜਿਹੜਾ ਵਿਸਰਾਮ ਅਚਲ ਹੈ, ਉਹਦੇ ਵਿੱਚ ਵਿਸਰਾਮ ਆਪਣਾ ਵੀ ਆਪਾਂ ਭੇਦ ਹੋ ਜਾਂਦੇ ਹਾਂ। ਉਹ ਦੂਰ ਨਹੀਂ ਹੈ, ਵਿਆਪਕ ਹੈ। ਨਾ ਕਿਛ ਆਇਵੋ ਨਾ ਕਿਛ ਜਾਇਵੋ, ਰਾਮ ਕੀ ਦੁਹਾਈ। ਉਹਦੇ 'ਚ ਅਭੇਦਤਾ ਪਾ ਲੈਂਦਾ, ਜੀਵ ਭਾਵ ਚੱਕਿਆ ਜਾਂਦਾ ਹੈ। ਐਸੀ ਸਿੱਖਿਆ ਗੁਰੂ ਅਰਜਨ ਦੇਵ ਜੀ ਨੇ ਇਹ ਮੱਸਿਆ ਦੇ ਪੁਰਬ ਨੂੰ, ਇਹ ਮਹਾਰਾਜ ਸਿੱਖਾਂ ਨੂੰ ਬਖਸ਼ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਇਹ ਕਿਣਕਾ ਮਾਤਰ ਉਪਦੇਸ਼, ਕਿਣਕਾ ਇੱਕ ਜੇ ਜੀਵ ਸਾਵੈ, ਤਾਂ ਕਿ ਮਹਿਮਾ ਕਨੀ ਨਾ ਆਵੈ। ਜੇ ਗੁਰਬਾਣੀ ਸਿੱਖਿਆ ਵਿੱਚੋਂ ਆਪਣੇ ਹਿਰਦੇ 'ਚ ਕਿਣਕਾ ਹੀ ਵਸ ਗਈ ਨਾ, ਜਨਮ ਸਫਲਾ ਹੋ ਜਾਂਦਾ ਹੈ। ਸੋ ਸਾਧ ਸੰਗਤ ਜੀ, ਐਸੀ ਅੰਮ੍ਰਿਤਮਈ ਬਾਣੀ ਗੁਰੂ ਅਰਜਨ ਦੇਵ ਜੀ 10 ਪਾਤਸ਼ਾਹੀਆਂ ਤੋਂ ਕੁਰਬਾਨ ਬਲਿਹਾਨ ਜਾਈਏ। ਇਹ ਮਹਾਰਾਜ ਕਲਯੁਗ ਦੇ ਸਮੇਂ 'ਚ ਅਸੀਂ ਪਾਪੀਆਂ ਅਧਿਕਾਰੀ ਨਹੀਂ ਹਾਂ, ਫਿਰ ਵੀ ਤੁਸੀਂ ਸਾਡੇ 'ਤੇ ਤਰਸ ਕੀਤਾ ਹੈ। ਐਸੀ ਅੰਮ੍ਰਿਤਮਈ ਬਾਣੀ ਬਖਸ਼ ਕੀਤੀ। ਇਹ ਮਹਾਰਾਜ ਸਾਡੇ ਮਨਾਂ 'ਤੇ ਕਦੇ ਭ੍ਰਾਂਤੀ ਨਾ ਪੈਦਾ ਹੋਵੇ, ਕਦੇ ਸ਼ੰਕਾ ਨਾ ਪੈਦਾ ਹੋਵੇ। ਪੂਰੇ ਕਾ ਕੀਆ ਸਭ ਕੁਝ ਪੂਰਾ, ਘੱਟ ਵੱਧ ਕਿਛ ਨਾਹੀ। ਨਾਨਕ ਗੁਰਮੁਖ ਐਸਾ ਜਾਣੇ, ਪੂਰੇ ਮਾਹੇ ਸੁਮਾਹੀ। ਇਹ ਫਲ ਮਿਲਦਾ ਹੈ। ਸੋ ਸਾਧ ਸੰਗਤ ਜੀ, ਇਹ ਬੱਚਿਆਂ ਦੁਆਰਾ ਆਪ ਜੀ ਨੇ ਉਪਦੇਸ਼ ਦਿੱਤਾ, ਗੁਰੂ ਅਰਜਨ ਦੇਵ ਜੀ ਨੇ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਨੇ ਵੀ ਤੱਤੀ ਉਚਾਰਨ ਕੀਤੀ ਹੈ। ਉਹਨਾਂ ਨੇ ਵੀ ਪੂਰਨਮਾਸ਼ੀ ਦਾ ਵੀ ਤੇ ਮੱਸਿਆ ਦਾ ਵੀ ਉਹਨਾਂ ਨੇ ਵੀ ਉਪਦੇਸ਼ ਦਿੱਤਾ ਹੈ। 2-3 ਥਾਈਂ ਇਹ ਥਿੱਤੀਆਂ ਆਉਂਦੀਆਂ ਹਨ ਗੁਰਬਾਣੀ ਦੇ ਅੰਦਰ। ਮਹਾਰਾਜ ਨੇ ਉਪਦੇਸ਼ ਦਿੱਤਾ ਹੈ। ਸੋ ਸੱਚੇ ਪਾਤਸ਼ਾਹ ਬੇਨਤੀਆਂ ਕਰੀਏ, ਮਹਾਰਾਜ ਇਹ ਕਿਣਕਾ ਮਾਤਰ ਸਾਡੇ ਪਾਪੀਆਂ ਦੇ ਹਿਰਦੇ 'ਚ ਵਸਾ ਦਿਓ, ਜਿਸ ਕਰਕੇ ਸਾਡਾ ਸੰਸਾਰ ਦੇ 'ਤੇ ਆਉਣਾ ਸਫਲਾ ਹੋ ਜਾਵੇ। ਭੁੱਲਾਂ ਚੁੱਕਾਂ ਮਾਫ ਕਰ ਰਹੀਆਂ। ਅੱਜ ਸਾਧ ਜੀ ਦੀਵਾਲੀ ਦਾ ਪੁਰਬ ਹੈ। ਥਾਂ ਥਾਂ 'ਤੇ ਸੰਗਤਾਂ ਖੁਸ਼ੀਆਂ ਮਨਾ ਰਹੀਆਂ ਨੇ। ਜਿਸ ਪ੍ਰਕਾਰ ਤ੍ਰੇਤੇ ਯੁੱਗ ਦੇ ਅੰਦਰ ਲੰਕਾ ਨੂੰ ਜਿੱਤ ਕੇ ਸੀਤਾ ਦੇ ਸਹਿਤ, ਲਛਮਣ ਦੇ ਸਹਿਤ ਰਾਮ ਚੰਦਰ ਜੀ ਅਯੁੱਧਿਆ 'ਚ ਆਏ ਹੈ, ਜੋ ਖੁਸ਼ੀਆਂ ਮਨਾਈਆਂ ਗਈਆਂ,
ਉਹਨਾਂ ਦਾ ਵਰਣਨ ਕਿਹਨੇ ਕੀਤਾ ਹੈ? ਉਹ 10ਵੇਂ ਪਾਤਸ਼ਾਹ ਨੇ ਕੀਤਾ। ਉਹ ਰਾਮਾਇਣ ਵਿੱਚ ਵੀ ਆਇਆ ਹੋਇਆ ਹੈ। ਆਪ ਜੀ ਨੇ ਸਰਵਲੋਕ ਸ਼ਾਸਤਰ ਦੇ ਅੰਦਰ ਵੀ ਉਸ ਦਾ ਕਥਨ ਕੀਤਾ 10ਵੇਂ ਪਾਤਸ਼ਾਹ ਨੇ। ਔਰ 10ਵੇਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ 24 ਅਵਤਾਰਾਂ ਦੀ ਕਥਾ ਦੇ ਅੰਦਰ ਆਪ ਜੀ ਨੇ ਵਰਣਨ ਕੀਤਾ ਜਿਸ ਪ੍ਰਕਾਰ ਅਯੁੱਧਿਆ ਵਿੱਚ ਆਏ ਹੈ ਉਹ ਜਿਹੜਾ